ਪੰਜਾਬੀ ਲੋਕਧਾਰਾ ਦੇ ਸਾਰੇ ਪਰਿਵਾਰ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਪਿਆਰੇ ਬਜ਼ੁਰਗ ਭੈਣਾਂ ਭਰਾ ਤੇ ਬੱਚਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਸਾਡੀ ਆਮ ਬੋਲਚਾਲ ਦੀ ਬੋਲੀ ਸਾਡੀ ਪੰਜਾਬੀ ਮਾਂ ਬੋਲੀ ਹੈ, ਉਹਦੇ ਵਿੱਚ ਅਸੀਂ ਜਿਹੜੇ ਨਿੱਤ ਵਰਤੋਂ ਦੀ ਬੋਲੀ ਵਿੱਚ ਅਖਾਣ ਮੁਹਾਵਰਿਆਂ ਦੀ ਜਿਹੜੀ ਆ ਉਹ ਘਟ ਰਹੇ ਨੇ ਪਰਿਵਾਰਾਂ ਦੇ ਵਿੱਚ। ਜਿਵੇਂ ਹੁਣ ਅੱਜ ਕੱਲ੍ਹ ਬੱਚੇ ਪੜ੍ਹ ਲਿਖ ਗਏ ਨੇ, ਅਸੀਂ ਹੋਰ ਵੀ ਖਾਸ ਕਰ ਔਰਤਾਂ ਦੀ ਗੱਲ ਕਰੀਏ, ਖਾਸ ਕਰ ਔਰਤਾਂ ਹੀ ਘਰਾਂ ਦੇ ਵਿੱਚ ਜ਼ਿਆਦਾ ਮੁਹਾਵਰੇ ਬੋਲਦੀਆਂ ਹਨ, ਉਹ ਵੀ ਪੇਂਡੂ ਔਰਤਾਂ। ਤੇ ਹੁਣ ਦੀ ਅੱਜ ਦੀ ਔਰਤ ਦੀ ਗੱਲ ਕਰਾਂ ਤੇ ਜਦੋਂ ਥੋੜਾ ਜਿਹਾ ਵੀ ਲੜਕੀ ਪੜ੍ਹ ਲਿਖ ਜਾਂਦੀ ਆ ਤੇ ਉਹ ਆਪਣਾ ਸਟੇਟਸ ਸਿੰਬਲ ਕਾਇਮ ਰੱਖਣ ਵਾਸਤੇ ਆਪਣੀ ਜਿਹੜੀ ਬੋਲਚਾਲ ਦੀ ਭਾਸ਼ਾ ਵਾ ਉਹਨੂੰ ਥੋੜਾ ਵੱਖ ਤਰ੍ਹਾਂ ਨਾਲ ਬੋਲਦੇ ਆ। ਪੁਰਾਣੀ ਭਾਸ਼ਾ ਨਹੀਂ ਬੋਲਦੇ ਕਿ ਸਾਨੂੰ ਕੋਈ ਵੇਖਣ ਵਾਲਾ ਕਹੇਗਾ ਕਿ ਇਹ ਪੇਂਡੂ ਆ। ਪਰ ਮੇਰੀ ਕੁਛ ਖੁਸ਼ਕਿਸਮਤੀ ਇਹ ਆ ਕਿ ਮੈਂ ਆਪਣੇ ਉਸ ਨੂੰ, ਉਸ ਪੁਰਾਣੇ ਮੁਹਾਵਰਿਆਂ ਨੂੰ ਜੋ ਮੈਨੂੰ ਆਪਣੀ ਮਾਂ ਦੀ ਗੋਦ ਵਿੱਚੋਂ ਮਿਲੇ ਜਾਂ ਪਰਵਰਿਸ਼ ਦੌਰਾਨ ਮੈਨੂੰ ਜੋ ਮੁਹਾਵਰੇ ਆਪਣੀ ਮਾਂ ਕੋਲੋਂ ਮਿਲੇ, ਮੈਂ ਉਹਨਾਂ ਦੀ ਨਿੱਤ ਪ੍ਰਤੀ ਵਰਤੋਂ ਕਰਦੀ ਹਾਂ। ਜਿਵੇਂ ਮੁਹਾਵਰਿਆਂ ਦੀ ਗੱਲ ਕਰੀਏ ਕਿ ਮੁਹਾਵਰੇ ਕਿਸੇ ਅਜਿਹੀ ਆਖੀ ਹੋਈ ਗੱਲ ਨੂੰ ਅਖਾਣ ਨੂੰ ਕਿਹਾ ਜਾਂਦਾ ਕਿ ਜਿਹੜੀ ਆਪਾਂ ਗੱਲ ਥੋੜ੍ਹੇ ਸ਼ਬਦਾਂ ਦੇ ਵਿੱਚ ਜਿਹੜੀ ਆ ਉਹ ਕਰਦੇ ਆ, ਉਹਨੂੰ ਮੁਹਾਵਰੇ ਜਾਂ ਅਖਾਣ ਕਿਹਾ ਜਾਂਦਾ ਆ, ਜਿਸ ਨੂੰ ਥੋੜੀ ਕੀਤੇ ਆਪਾਂ ਝੁਠਲਾ ਨਹੀਂ ਸਕਦੇ ਕਿ ਇਸ ਦੀ ਵੀ ਸੱਚ ਹੁੰਦਾ ਵਾ। ਜਿਹੜੇ ਮੁਹਾਵਰੇ ਆ ਪੁਰਾਣੀਆਂ ਤੱਥਾਂ ਚੋਂ ਗੱਲਾਂ ਚੋਂ ਜਾਂ ਜੋ ਸਾਡਾ ਬੀਤਿਆ ਹੋਇਆ ਕੱਲ ਹੁੰਦਾ ਉਹਦੇ ਵਿੱਚੋਂ ਕੁਝ ਸਾਡੇ ਸਿਆਣਿਆਂ ਦੇ ਬੋਲ ਹੁੰਦੇ ਨੇ, ਉਹ ਸਾਡੇ ਸਾਹਮਣੇ ਆਉਂਦੇ ਨੇ। ਜਿਵੇਂ ਮੈਂ ਆਪਣੀ ਗੱਲ ਕਰਾਂ ਕਿ ਛੋਟੇ ਹੁੰਦਿਆਂ ਮੇਰੇ ਮਾਤਾ ਜੀ ਅਕਸਰ ਹੀ ਹਰ ਗੱਲ ਦੇ ਨਾਲ ਹੀ ਮੁਹਾਵਰਾ ਬੋਲਦੇ ਸੀ। ਜਿਵੇਂ ਕੰਮ ਕਰਨ ਨੂੰ ਦਿਲ ਨਾ ਕਰਨਾ ਘਰੇ, ਕਈ ਵਾਰੀ ਹੁੰਦਾ ਬੱਚੇ ਥੋੜਾ ਲਾਪਰਵਾਹੀ ਕਰਦੇ ਨੇ ਤੇ ਉਦੋਂ ਮਾਂ ਨੇ ਨਾਲੇ ਤਾਂ ਕਹਿਣਾ ਨਹੀਂ ਉੱਠ ਫਲਾਣਾ ਕੱਲ ਕੰਮ ਕਰ ਲੈ, ਤੇ ਜੇ ਥੋੜੀ ਨਾ ਨੁੱਕਰ ਕਰਨੀ ਕਿ ਨਹੀਂ ਮੈਂ ਪੜ੍ਹਨ ਲੱਗੀ ਆ ਜਾਂ ਕੁਛ ਕਰਨ ਲੱਗੀ ਤਾਂ ਗੋਨਾ ਖਾਣ ਪਾ ਕੇ ਦੱਸਣਾ ਕਿ ਹੱਡ ਹਰਾਮ ਹੁਜਤਾ ਢੇਰ, ਵੀ ਤੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਹੈ ਨਾ। ਤੇ ਇਸ ਤਰ੍ਹਾਂ ਹੀ ਹੋਰ ਬਹੁਤ ਸਾਰੇ ਮੁਹਾਵਰੇ ਨੇ ਜਿਨ੍ਹਾਂ ਨੂੰ ਅਸੀਂ ਮਤਲਬ ਕਿ ਵਰਤਦੇ ਹਾਂ। ਜਾਂ ਕੋਈ ਨਵੀਂ ਚੀਜ਼ ਮਿਲ ਜਾਣੀ, ਬਾਰ-ਬਾਰ ਉਹਨੂੰ ਯੂਜ਼ ਕਰਨਾ ਤੇ ਉੱਥੇ ਮੁਹਾਵਰਾ ਵਰਤ ਦੇਣਾ, ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ। ਇਸ ਤਰ੍ਹਾਂ ਦੇ ਬਹੁਤ ਸਾਰੇ ਮੁਹਾਵਰੇ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਹਨ। ਤੇ ਅਖਾਣ ਇੱਕ ਜਾਂ ਮੁਹਾਵਰੇ ਅਜਿਹਾ ਗਿਆਨ ਦਾ ਸੋਮਾ ਸਮਝੇ ਜਾਂਦੇ ਆ ਕਿ ਜੋ ਸਾਡੇ ਜੀਵਨ ਦੇ ਕਈ ਪੱਖਾਂ ਦੀ ਅਗਵਾਈ ਵੀ ਕਰਦੇ ਆ, ਕਿਉਂਕਿ ਕਈ ਅਖਾਣਾਂ ਦਾ ਸੁਭਾਅ ਜਿਹੜਾ ਵਿਅੰਗਮਈ ਵਿਧੀ ਰਾਹੀਂ ਕੀਤਾ ਜਾਂਦਾ ਤੇ ਉਹਦਾ ਪੱਖ ਜਿਹੜਾ ਹੁੰਦਾ ਆ ਉਹ ਜਿਹੜਾ ਅਖਾਣ ਖਵਾਉਂਦਾ। ਅਖਾਣ ਇੰਨਾ ਸਰਲ ਕਾਵਿਕ ਤੇ ਛੋਟਾ ਜਿਹਾ ਬੰਦ ਹੁੰਦਾ ਆ ਕਿ ਉਹਦੇ ਵਿੱਚ ਅਸੀਂ ਬਹੁਤ ਵੱਡੀ ਜਿਹੜੀ ਗੱਲ ਆ ਕਰ ਸਕਦੇ ਹਾਂ। ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆ ਕਿ ਜਿਹੜਾ ਇਹਦੇ ਅਰਥਾਂ ਦੇ ਵਿੱਚ ਸਵਾਦ ਤੇ ਜਿਹੜਾ ਝਟਕਾਰਾ ਹੁੰਦਾ ਨਾ, ਉਹ ਸੁਣਨ ਵਾਲੇ ਨੂੰ ਵੀ ਮਜ਼ਾ ਆਉਂਦਾ। ਕਈ ਵਾਰੀ ਆਪਾਂ ਸਿੱਧੀ ਗੱਲ ਕਰਦੇ ਹਾਂ ਤੇ ਉਹ ਇੰਨਾ ਅਸਰ ਨਹੀਂ ਕਰਦੀ, ਤੇ ਜਦੋਂ ਆਪਾਂ ਕੋਈ ਅਖਾਣ ਵਰਤਦੇ ਆ ਨਾ ਤੇ ਉਹ ਅਗਲੇ ਦੇ ਸਿੱਧੀ ਟੱਚ ਕਰਦੀ ਆ ਦਿਲ ਨੂੰ। ਅਖਾਣ ਕਿਵੇਂ ਹੋਂਦ ਵਿੱਚ ਆਉਂਦੇ ਆ ਤੇ ਇਹਨਾਂ ਦੀ ਸਿਰਜਣਾ ਕਿਵੇਂ ਹੁੰਦੀ ਆ, ਇਸ ਬਾਰੇ ਕੋਈ ਇੱਕ ਆਪਾਂ ਨਿਰਣਾ ਜਿਹੜਾ ਸੰਭਵ ਨਹੀਂ ਲੈ ਸਕਦੇ, ਕਿਉਂਕਿ ਅਖਾਣਾਂ ਦੀ ਉਤਪਤੀ ਜਿਹੜੀ ਆ ਕਈ ਸੋਮੇ ਅਖਾਣਾਂ ਦੀ ਉਤਪਤੀ ਦੇ। ਕਈ ਵਾਰ ਕਿਸੇ ਮਹਾਨ ਗਿਆਨਵਾਨ ਲੇਖਕ ਦੀ ਜਿਹੜੀ ਰਚਨਾ ਹੁੰਦੀ ਆ, ਉਹ ਜਿਹੜੇ ਸ਼ਬਦ ਆ ਜਦੋਂ ਇੱਕ ਜਣਾ ਬੋਲਦਾ ਉਸ ਤੋਂ ਬਾਅਦ ਦੂਜਾ ਬੋਲਦਾ ਵਾ ਤੇ ਉਹ ਸਮਾਂ ਬਣ ਕੇ ਜਿਹੜੇ ਆ ਉਹ ਮਤਲਬ ਕਿ ਇੱਕ ਮੁਹਾਵਰਾ ਬਣ ਜਾਂਦੇ। ਜਿਵੇਂ ਆਪਾਂ ਵਾਰਿਸ ਸ਼ਾਹ ਜੀ ਨੂੰ ਲੈ ਲਈਏ, ਸਾਡੇ ਮਹਾਨ ਕਵੀ ਵਾਰਿਸ ਸ਼ਾਹ ਦੀ ਹੀਰ ਆ, ਉਹਦੇ ਵਿੱਚ ਉਹਨਾਂ ਨੇ ਕੁਛ ਜਿਵੇਂ ਲਿਖਿਆ ਸੀ ਕਿ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਇਸੇ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਵੀ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ ਵੀ ਇਹੋ ਜਿਹੇ ਬਹੁਤ ਸਾਰੇ ਅਖਾਣ ਮੁਹਾਵਰੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਜਿਵੇਂ ਉਹਨਾਂ ਨੇ ਲਿਖਿਆ ਹੈ ਕਿ ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚੱਟੇ। ਇਸ ਤਰ੍ਹਾਂ ਦੇ ਜਿਹੜੇ ਖਾਣ ਆ
ਉਸ ਦੇ ਵਿੱਚ ਇੱਕ ਹੋਰ ਆਉਂਦਾ ਵਾ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਇਹ ਸਾਡੇ ਪੀਰਾਂ ਪੈਗੰਬਰਾਂ ਦੇ ਜਿਹੜੇ ਬੋਲ ਨੇ ਉਹਨਾਂ ਦੇ ਵਿੱਚੋਂ ਮੁਹਾਵਰੇ ਜਿਹੜੇ ਆ ਉਪਜਦੇ ਆ, ਅਖਾਣ ਉਪਜਦੇ ਆ। ਭਾਈ ਗੁਰਦਾਸ ਜੀ ਦੀ ਇੱਕ ਜਿਹੜੀ ਪੰਕਤੀ ਤੁਹਾਨੂੰ ਮੈਂ ਹੁਣੇ ਸੁਣਾ ਕੇ ਹਟੀ ਆ ਕਿ ਕੁੱਤਾ ਰਹਾ ਜ ਬਹਾਲੀਏ ਮੁੜ ਚੱਕੀ ਚੱਟੇ। ਇਸ ਤਰ੍ਹਾਂ ਹੀ ਇੱਕ ਵਾਕ ਹੈਗਾ ਕਿ ਕੋਠੇ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ। ਇਹ ਜਿਹੜੇ ਸਾਡੇ ਮੁਹਾਵਰੇ ਜਾਂ ਅਖਾਣ ਨੇ, ਅਖੌਤਾਂ ਨੇ, ਸਾਡੀ ਨਿਤ ਪ੍ਰਤਾ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚੋਂ ਹੌਲੀ ਹੌਲੀ ਜਿਹੜੇ ਆ ਅਲੋਪ ਹੋ ਰਹੇ ਆ। ਆਪਾਂ ਮੁਹਾਵਰਿਆਂ ਨਾਲ ਭਾਸ਼ਾ ਜਿਹੜੀ ਸਾਡੀ ਵਧੇਰੇ ਪ੍ਰਭਾਵਸ਼ਾਲੀ ਬਣਦੀ। ਜਦੋਂ ਅਸੀਂ ਗੱਲ ਕਰਦੇ ਹਾਂ ਤੇ ਆਮ ਦੇਖਦੇ ਹਾਂ ਕਿ ਉਹਦੇ ਨਾਲ ਅਗਲੇ ਬੰਦੇ ਦਾ ਪ੍ਰਭਾਵ ਬੜਾ ਵਧੀਆ ਲੱਗਦਾ ਜਦੋਂ ਕੋਈ ਆਪਣੇ ਮੁਹਾਵਰਾ ਬੋਲਦਾ, ਕਿਉਂਕਿ ਇਹਨਾਂ ਦੀ ਵਰਤੋਂ ਨਾਲ ਇੱਕ ਰੌਚਕ ਤੇ ਸੰਖੇਪ ਢੰਗ ਨਾਲ ਜਿਹੜੀ ਆਪਾਂ ਗੱਲ ਜਿਹੜੀ ਆ ਕਹੀ ਸਕਦੀ ਆ। ਉਦਾਹਰਨ ਵਜੋਂ ਜਿਵੇਂ ਆਵਾ ਹੀ ਊਤ ਜਾਣਾ, ਇਹਨੂੰ ਲੈ ਲਈਏ, ਆਵਾ ਊਤ ਜਾਣਾ। ਜਦੋਂ ਕਿਸੇ ਸੰਸਥਾ ਦੀ ਹਰ ਇਕਾਈ ਆਸ ਤੋਂ ਉਲਟ ਨੀਵੇਂ ਪੱਧਰ ਵੱਲ ਜਾ ਰਹੀ ਹੋਵੇ ਤੇ ਉਹਦੇ ਯੋਗ ਲਈ ਆਪਾਂ ਇਹ ਮੁਹਾਵਰਾ ਵਰਤਦੇ ਹਾਂ ਕਿ ਇਹ ਜਿਹੜਾ ਆਵਾ ਹੀ ਊਤ ਗਿਆ। ਤੇ ਜਦੋਂ ਅਸੀਂ ਕਿਸੇ ਛੋਟੇ ਬੱਚੇ ਨੂੰ ਸਮਝਾਉਣ ਲਈ ਗੱਲ ਕਰਦੇ ਹਾਂ ਉਦੋਂ ਆਵਾ ਊਤ ਗਏ ਦਾ ਜਿਹੜਾ ਵਾ ਫਰਕ ਹੋਰ ਕਿਸਮ ਨਾਲ ਨਿਕਲਦਾ ਵਾ, ਬਿਆਨ ਕੀਤਾ ਜਾਂਦਾ ਵਾ। ਕੁਝ ਮੁਹਾਵਰਿਆਂ ਨੂੰ ਬੋਲਦਿਆਂ ਅੱਖਾਂ ਸਾਹਮਣੇ ਇੱਕ ਸ਼ਬਦ ਚਿੱਤਰ ਆਉਂਦਾ ਹੈ। ਇਸ ਕਾਰਨ ਗੱਲ ਜਿਹੜੀ ਆ ਹੋਰ ਵੀ ਰੌਚਕ ਤੇ ਪ੍ਰਭਾਵਸ਼ਾਲੀ ਹੋ ਜਾਂਦੀ ਆ। ਉਦਾਹਰਨ ਵਜੋਂ ਜਿੱਦਾਂ ਕੁਝ ਮੁਹਾਵਰੇ ਆ ਜਿਹਦੇ ਵਿੱਚ ਹੈਗਾ ਕਿ ਕੱਫਣ ਬੰਨ੍ਹ ਕੇ ਨਿਕਲਣਾ, ਗਿੱਲੇ ਗੋਹੇ ਵਾਂਗ ਧੁਖਣਾ, ਗੋਂਗਲੂਆਂ ਤੋਂ ਮਿੱਟੀ ਝਾੜਨਾ। ਮੁਹਾਵਰੇ ਦਾ ਇੱਕ ਗੁਣ ਹੁੰਦਾ ਆ, ਹਰ ਇੱਕ ਮੁਹਾਵਰੇ ਦਾ ਮਤਲਬ ਕਿ ਗੁਣ ਹੁੰਦਾ। ਜਿਵੇਂ ਕਿ ਗੱਲ ਕਰਨ ਲਈ ਆਪਾਂ ਇਸ਼ਾਰੇ ਨਾਲ ਉਹ ਜਿਹੜੀ ਸਮਝਾਈ ਜਾਂਦੀ ਆ, ਅੱਗ ਨਾਲ ਖੇਡਣਾ, ਸੱਜੀ ਬਾਂਹ ਹੋਣਾ, ਕਣਕ ਦੇ ਨਾਲ ਘੁਣ ਪਿਸਣਾ। ਉਪਰੋਕਤ ਜਿੰਨੇ ਵੀ ਮੈਂ ਮੁਹਾਵਰੇ ਦੱਸ ਰਹੀ ਹਾਂ ਇਹਨਾਂ ਗੱਲਾਂ ਦਾ ਜਿਹੜਾ ਪ੍ਰਭਾਵ ਆ ਤਿੱਖਣ ਕਰਨ ਲਈ ਗੱਲ ਨੂੰ ਵਧਾ ਚੜਾ ਕੇ ਕੀਤੀ ਜਾਂਦੀ ਆ। ਜਿਵੇਂ ਅਸਮਾਨ ਦੇ ਤਾਰੇ ਤੋੜਨਾ, ਕੋਈ ਵੀ ਗੱਲ ਆ ਜਦੋਂ ਉਹਨੂੰ ਆਪਾਂ ਇੱਕ ਵਧਾ ਚੜਾ ਕੇ ਗੱਲ ਕਰਦੇ ਉਹਦੇ ਵਿੱਚ ਮੁਹਾਵਰੇ ਕਿਵੇਂ ਆਉਂਦੇ ਆ ਕਿ ਅਸਮਾਨ ਦੇ ਤਾਰੇ ਤੋੜਨਾ, ਸੜ ਬਲ ਕੇ ਕੋਲਾ ਹੋਣਾ, ਕੁੱਜੇ 'ਚ ਸਮੁੰਦਰ ਪਾਉਣਾ। ਮਤਲਬ ਕਿ ਹਟ ਕੇ ਗੱਲ ਕਰਨਾ। ਕਿਸੇ ਭਾਸ਼ਾ ਦੇ ਮੁਹਾਵਰੇ ਉਸ ਭਾਸ਼ਾ ਨੂੰ ਬੋਲਣ ਵਾਲੇ ਲੋਕਾਂ ਦੇ ਸਮਾਜਿਕ, ਆਰਥਿਕ ਆਦਿ ਵਿਭਿੰਨ ਰਿਸ਼ਤਿਆਂ ਨੂੰ ਪ੍ਰਗਟਾਉਂਦੇ ਹਨ। ਇਹਨਾਂ ਵਿੱਚ ਲੋਕਾਂ ਦੇ ਉਹ ਅਨੁਭਵ, ਸਥਿਤੀਆਂ ਅਤੇ ਕਿਰਿਆਵਾਂ ਦੱਸੀਆਂ ਹੁੰਦੀਆਂ ਹਨ ਜਿਹੜੀਆਂ ਉਹਨਾਂ ਦੇ ਜੀਵਨ ਵਿੱਚ ਮੁੜ ਮੁੜ ਆਉਂਦੀਆਂ ਨੇ। ਜੀਵਨ, ਜਿਵੇਂ ਤੁਹਾਨੂੰ ਪਤਾ ਹੈ ਕਿ ਜੀਵਨ ਗਤੀਸ਼ੀਲ ਹੈ, ਸਮਾਜਿਕ, ਆਰਥਿਕ ਆਦਿ ਪਰਿਸਥਿਤੀਆਂ ਵੀ ਜਿਸ ਤਰ੍ਹਾਂ ਸਾਡੇ ਹਾਲਾਤ ਬਦਲਦੇ ਰਹਿੰਦੇ ਆ, ਇਸ ਦੇ ਫਲਸਰੂਪ ਵੀ ਜਿਹੜਾ ਮੁਹਾਵਰਿਆਂ ਦਾ ਜਿਹੜਾ ਵਾ ਪ੍ਰਸੰਗ ਆ ਉਹ ਵੀ ਬਦਲਦਾ ਰਹਿੰਦਾ। ਤੇ ਕੁਝ ਮੁਹਾਵਰੇ ਜਿਹੜੇ ਆ ਅਲੋਪ ਹੋ ਜਾਂਦੇ ਆ ਤੇ ਕੁਝ ਨਵੇਂ ਜਿਹੜੇ ਆ ਉਹ ਨਵੇਂ ਮੁਹਾਵਰੇ ਜਿਹੜੇ ਆ ਸਿਰਜੇ ਜਾਂਦੇ ਆ। ਹੁਣ ਆਪਾਂ ਗੱਲ ਕਰਦੇ ਆ ਕਿ ਅਜਿਹੇ ਖਾਨ ਜੋ ਮਨੁੱਖੀ ਤਜਰਬਿਆਂ 'ਚੋਂ ਉਪਜਦੇ ਆ। ਅਜਿਹੇ ਖਾਨ ਜਿਹੜੇ ਮਨੁੱਖੀ ਤਜਰਬਿਆਂ 'ਚੋਂ ਉਪਜਦੇ ਆ। ਖਾਣਾ ਦਾ ਜਨਮ ਲੈਣ ਦਾ ਸਮਾਂ ਲੋਕ ਸਿਆਣਪ ਵੀ ਆ। ਲੋਕ ਸਿਆਣਪ ਦੇ ਅਸਲ ਵਿੱਚ ਮਨੁੱਖ ਦਾ ਜਿਹੜਾ ਸੁਭਾਅ ਆ ਨਾ, ਆਲੇ ਦੁਆਲੇ ਦੀ ਸਮਝ ਹੀ ਮਨੁੱਖੀ ਸੱਭਿਅਤਾ ਦਾ ਵਿਕਾਸ ਮੰਨਿਆ ਗਿਆ ਆ। ਅਜਿਹੀ ਸਿਆਣਪ ਵਿੱਚੋਂ ਅਨੇਕਾਂ ਖਾਣ ਘੜੇ ਮਿਲਦੇ ਹਨ, ਜਿਵੇਂ ਹੱਥ ਨਾ ਪਹੁੰਚੇ ਥੂ ਕੌੜੀ, ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ, ਉੱਠਿਆ ਨਾ ਜਾਵੇ ਫਿੱਟੇ ਮੂੰਹ ਗੋਡਿਆਂ ਦਾ, ਆਪਣਾ ਮਾਰੂਗਾ ਸੁੱਟੂਗਾ, ਜਾਂ ਆਪਣੀ ਲੱਸੀ ਨੂੰ ਕੋਈ ਖੱਟੀ ਨਹੀਂ ਕਹਿੰਦਾ, ਘੁਮਿਆਰੀ ਹਮੇਸ਼ਾ ਆਪਣਾ ਭਾਂਡਾ ਹੀ ਸਲਾਉਂਦੀ ਹੈ। ਜਿਹੜਾ ਜਿੱਦਾਂ ਹੀ ਹਰ ਇੱਕ ਖਾਣ ਦਾ ਇੱਕ ਖਾਸ ਕਿਸਮ ਦੀ ਵਿਰੋਧਤਾ ਪ੍ਰਗਟਾਈ ਹੁੰਦੀ ਆ ਜਿਹੜੀ ਸੋਚਣ ਲਈ ਮਨੁੱਖ ਨੂੰ ਟੁੰਬਦੀ ਆ। ਜਿਵੇਂ ਨਾਲੇ ਚੋਰ ਨਾਲੇ ਚਤਰ, ਚਿੜੀਆਂ ਮੌਤ, ਗਵਾਰਾ ਹਾਸਾ, ਮੂੰਹ 'ਚ ਰਾਮ ਰਾਮ ਬਗਲ 'ਚ ਛੁਰੀ। ਅਖਾਣ ਆਮ ਬੋਲਚਾਲ ਵਿੱਚ ਵਰਤੇ ਜਾਂਦੇ ਹਨ ਕਿਉਂਕਿ ਇਹਨਾਂ ਦਾ ਉਚਾਰਨ ਸਹਿਜ ਸੁਭਾਅ ਹੋ ਜਾਂਦਾ ਹੈ। ਸਿਆਣਿਆਂ ਦਾ ਕਥਨ ਹੈ ਕਿਸੇ ਵੀ ਖਾਣ ਨੂੰ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਦਿਆਂ ਜਿਹੜਾ ਆ ਉਹ ਅਨੇਕ ਵਰ੍ਹੇ ਲੱਗ ਜਾਂਦੇ ਆ। ਸਮਾਂ ਬੀਤਣ ਨਾਲ ਇਹਨਾਂ ਦੇ ਵਿੱਚ ਜਿਹੜੀ ਆ ਖਾਣਾ ਦੇ ਵਿੱਚ ਆ ਪਕਿਆਈ ਆ ਜਾਂਦੀ ਆ। ਅਖਾਣਾਂ ਦਾ ਸਾਡੇ ਜੀਵਨ ਦੇ ਵਿੱਚ ਬੜਾ ਹੀ ਮਹੱਤਵਪੂਰਨ ਸਥਾਨ ਮੰਨਿਆ ਗਿਆ ਹੈ ਕਿਉਂਕਿ ਇਹ ਗੱਲ ਕਰਦੇ ਸਮੇਂ ਥੋੜ੍ਹੇ ਸ਼ਬਦਾਂ ਵਿੱਚ ਬਹੁਤ ਵੱਡੀ ਗੱਲ ਅਸੀਂ ਜਿਹੜੀ ਆ ਉਹ ਕਹਿ ਜਾਂਦੇ ਹਾਂ। ਅਖਾਣ ਮੂਰਖ ਅਤੇ ਝੂਠ ਬੰਦਿਆਂ ਦਾ ਮਜ਼ਾਕ ਵੀ ਬਣਦੇ ਆ, ਮਜ਼ਾਕ ਵੀ ਉਡਾਇਆ ਜਾਂਦਾ ਅਖਾਣਾਂ ਰਾਹੀਂ। ਜਿਵੇਂ ਅਨੇਕਾਂ ਕਿਸਮ ਦੇ ਹੁੰਦੇ ਇਤਿਹਾਸ ਵਿੱਚ,
ਜਿਵੇਂ ਕਈ ਇਤਿਹਾਸਿਕ ਅਖਾਣ ਨੇ ਜਿਨ੍ਹਾਂ ਦੇ ਵਿੱਚ ਹੈਗਾ ਆ ਕਿ ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ। ਤੇ ਪਸ਼ੂ ਪੰਛੀਆਂ ਤੇ ਵੱਖ ਤਰ੍ਹਾਂ ਦੇ ਅਖਾਣ ਬਣੇ ਨੇ। ਸੱਪ ਕੁੰਝਦਾ ਛੱਡਦਾ ਹੈ, ਜ਼ਹਿਰ ਨਹੀਂ ਛੱਡਦਾ। ਜਾਂ ਮਗਰਮੱਛ ਦੇ ਹੰਝੂ ਵਹਾਉਣਾ। ਤੇ ਇਸ ਤਰ੍ਹਾਂ ਹੀ ਆਪਾਂ ਜੇ ਗੱਲ ਜਾਤਾਂ ਗੋਤਾਂ ਦੀ ਕਰੀਏ, ਜਾਤਾਂ ਗੋਤਾਂ ਦੇ ਵੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਅਖਾਣ ਤੇ ਮੁਹਾਵਰੇ ਬਣੇ ਹੋਏ ਆ। ਉਹਦੇ ਵਿੱਚ ਚਿੱਟਾ ਕੱਪੜਾ ਕੁੱਕੜ ਖਾਣਾ, ਉਸ ਜੱਟ ਦਾ ਨਹੀਂ ਟਿਕਾਣਾ। ਚਿੱਟੇ ਕੱਪੜੇ ਕੁੱਕੜ ਖਾਣਾ, ਉਸ ਜੱਟ ਦਾ ਨਹੀਂ ਟਿਕਾਣਾ। ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ। ਕਿਹਾ ਜਾਂਦਾ ਹੈ ਕਿ ਖਾਣ ਹਵਾ ਦੀ ਤੋਰੇ ਤੁਰਦੇ ਆ। ਜਿਵੇਂ ਇੱਕ ਪ੍ਰਾਂਤ ਤੋਂ ਦੂਜੇ ਪ੍ਰਾਂਤ, ਦੂਜੇ ਪ੍ਰਾਂਤਾਂ ਤੋਂ ਦੂਜੇ ਦੇਸ਼ਾਂ ਤੱਕ ਜਿਹੜੇ ਆਏ ਹੌਲੀ ਹੌਲੀ ਸਾਡੇ ਖਾਣ ਪਹੁੰਚ ਜਾਂਦੇ ਆ। ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਪੇਂਡੂ ਔਰਤਾਂ ਨੇ ਉਹ ਖਾਣਾ ਦੀ ਜਿਹੜੀ ਆ ਜ਼ਿਆਦਾ ਵਰਤੋਂ ਕਰਦੀਆਂ ਨੇ। ਤੇ ਵਧੇਰੇ ਜਿਹੜੇ ਵਿਅੰਗ ਆ, ਸਾਦੀ ਤੇ ਵਿਅੰਗਵਤਾ ਵਾਲੇ ਹੁੰਦੇ ਆ, ਜਿਹੜੇ ਜ਼ਿਆਦਾ ਖਾਣ ਹੁੰਦੇ ਆ। ਅਖਾਣ ਖਾਣਾ ਦਾ ਸਾਡੇ ਜੀਵਨ ਦੇ ਵਿੱਚ ਲਹੂ ਮਾਸ ਵਾਲਾ, ਜਿਹੜੇ ਖਾਣ ਨੇ ਸਾਡੇ ਜੀਵਨ ਦੇ ਵਿੱਚ ਲਹੂ ਮਾਸ ਵਾਂਗ ਰਚੇ ਹੋਏ ਹਨ। ਨਿਤ ਜੀਵਨ ਵਿਹਾਰਾਂ ਵਿੱਚ ਅਜੋਕੇ ਸਮੇਂ ਪੇਂਡੂ ਲੋਕ ਖਾਣਾ ਦੀ ਤੋਂ ਯੋਗ ਅਗਵਾਈ ਵੀ ਲੈਂਦੇ ਆ, ਉਹਨਾਂ ਦੀ ਆਮ ਵਰਤੋਂ ਵੀ ਕਰਦੇ ਆ। ਜਿਵੇਂ ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪੌਣ, ਖਵਾਜੇ ਦਾ ਗਵਾ ਡੱਡੂ, ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ, ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਤੇ ਇਸੇ ਤਰ੍ਹਾਂ ਹੀ ਮੈਂ ਜਿਵੇਂ ਬਚਪਨ ਦੀਆਂ ਗੱਲਾਂ ਤੁਹਾਨੂੰ ਦੱਸਦੀ ਹਾਂ ਕਿ ਬਹੁਤ ਸਾਰੇ ਖਾਣ ਜਿਹੜੇ ਮੇਰੇ ਮਾਤਾ ਜੀ ਬੋਲਦੇ ਸੀ, ਉਹਨਾਂ ਦੇ ਵਿੱਚੋਂ ਮੈਂ ਤੁਹਾਡੇ ਨਾਲ ਸਾਂਝੇ ਕਰਾਂਗੀ। ਕਈ ਵਾਰ ਕੋਈ ਔਖਾ ਕੰਮ ਕਰਨਾ ਹੋਣਾ ਤੇ ਉਹਦੇ 'ਚ ਚੈਲੰਜ ਮੰਨਿਆ ਜਾਂਦਾ ਸੀਗਾ। ਤੇ ਫਿਰ ਮਾਤਾ ਨੇ ਕਹਿਣਾ ਵੀ ਜੇ ਔਖੜੀ 'ਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ। ਜਾਂ ਬਹੁਤਾ ਕਿਸੇ ਗੱਲ ਦਾ ਕੋਈ ਆਨਾ ਬਹਾਨਾ ਕਰਨਾ ਕਿ ਮੈਂ ਆਹ ਕੰਮ ਜਿਹੜਾ ਵਾ ਕਿ ਮੈਂ ਉਸ ਬੰਦੇ ਨਾਲ ਜਾਂ ਉਸ ਪਰਿਵਾਰ ਦੇ ਰਿਸ਼ਤੇ ਨਾਲ ਮੇਰਾ ਸਹੀ ਨਹੀਂ ਨਿਭ ਰਿਹਾ, ਜਾਂ ਕੋਈ ਵੀ ਇਸ ਤਰ੍ਹਾਂ ਦੀ ਹੋਣੀ ਤੇ ਕਹਿਣਾ ਕਿ ਇਹ ਤਾਂ ਸਿਰਫ ਬਹਾਨਾ ਹੈ ਕਿ ਮੈਂ ਉਹਦੇ ਘਰ ਨਹੀਂ ਵਸਣਾ, ਖਾਂਦੇ ਦੀ ਦਾੜੀ ਹਿਲਦੀ ਆ। ਇਸ ਤਰ੍ਹਾਂ ਦੇ ਜਿਹੜੇ ਆਮ ਹੀ ਖਾਣ ਜਿਹੜੇ ਆ ਵਰਤੇ ਜਾਂਦੇ ਸੀ। ਜਾਂ ਕਈ ਵਾਰੀ ਹੋਣਾ ਕਿ ਛੋਟੇ ਹੁੰਦਿਆਂ ਆਦਤ ਹੁੰਦੀ ਆ ਬੱਚਿਆਂ ਨੂੰ ਕਿਤੇ ਇੱਧਰ ਉੱਧਰ ਫਿਰਨ, ਘਰ ਜਾਣ ਦੀ, ਆਂਢ ਗੁਆਂਢ ਜਾਣ ਦੀ, ਤੇ ਮਾਂ ਨੇ ਇੱਕ ਗੱਲ ਕਰਕੇ ਸਮਝਾਉਣਾ ਕਿ ਪੁੱਤ ਸਿਆਣੇ ਕਹਿੰਦੇ ਹੁੰਦੇ ਆ ਕਿ ਘਰ ਘਰ ਫਿਰਨੋਂ ਧੀ ਗਈ, ਬਹੁਤੇ ਹਾਸਿਓਂ ਨਹੁੰ ਗਈ। ਇਸ ਕਰਕੇ ਮੈਨੂੰ ਲੱਗਦਾ ਥੋੜਾ ਉਲਟ ਹੋ ਗਿਆ ਕਿ ਘਰ ਘਰ ਫਿਰਨੋਂ ਨੂੰਹ ਗਈ ਤੇ ਬਹੁਤੇ ਹਾਸਿਓਂ ਧੀ ਗਈ। ਇਸ ਤਰ੍ਹਾਂ ਸੀਗਾ ਸ਼ਾਇਦ, ਇਸ ਤਰ੍ਹਾਂ ਹੀ। ਤੇ ਇੱਦਾਂ ਹੀ ਕਈ ਵਾਰੀ ਹੋਣਾ ਕਿ ਜਦੋਂ ਘਰਾਂ ਦੇ ਵਿੱਚ ਜਦੋਂ ਮਾਹੌਲ ਬਣਦਾ ਆ, ਕੁੜੀ ਵਿਆਹੀ ਜਾਂਦੀ ਆ, ਸਹੁਰੇ ਜਾਂਦੀ ਆ, ਤੇ ਇੱਕ ਲਾਲਸਾ ਜੀ ਹੁੰਦੀ ਆ ਕਿ ਮੇਰਾ ਆਪਣਾ ਪਰਸਨਲ ਸਾਰਾ ਕੁਝ ਹੋਏ, ਮੇਰਾ ਵੱਖਰਾ ਕਮਰਾ ਹੋਏ, ਅਸੀਂ ਸੈਪਰੇਟ ਹੋਈਏ। ਤੇ ਜਦੋਂ ਜਾ ਕੇ ਮਾਤਾ ਨਾਲ ਇੱਦਾਂ ਦੀ ਕੋਈ ਗੱਲ ਕਰਨੀ ਤੇ ਉਹਨਾਂ ਨੇ ਇੱਕ ਅਖਾਣ ਪਾ ਕੇ ਹੱਸਣਾ ਤੇ ਨਾਲੇ ਦੱਸਣਾ, ਕਹਿਣਾ ਅੱਡ ਅੱਡ ਮਾਏ ਅੱਡ ਨੀ ਸੁਖਾਲੇ ਰੱਖਾਂ ਹੱਡ, ਅੱਡ ਮਾਏ ਅੱਡ ਸੁਖਾਲੇ ਰੱਖਾਂ ਹੱਡ, ਕਿ ਕੰਮ ਘੱਟ ਕਰਨਾ ਪਊਗਾ ਸਾਂਝੇ ਪਰਿਵਾਰ ਦੇ ਵਿੱਚ। ਤੇ ਇਸ ਤਰ੍ਹਾਂ ਹੀ ਕਈ ਜਿਹੜੇ ਖਾਣ ਨੇ, ਜਿੱਦਾਂ ਕਹਿਣਾ ਆਪੇ ਫਾਥੜੀਏ ਤੈਨੂੰ ਕੌਣ ਛੁਡਾਏ, ਜਾਗਦਿਆਂ ਦੀਆਂ ਜਦੋਂ ਕੰਮ ਦੇ ਵਿੱਚ ਹੋਣਾ ਕਿ ਆਹ ਕੰਮ ਕਰ ਲਾ, ਤੇ ਉਹਦੀ ਕਿਸਮਤ ਦਾ ਵੀ ਦੱਸਿਆ ਜਾਣਾ ਕਿ ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ। ਇੱਦਾਂ ਦੇ ਖਾਣ ਜਿਹੜੇ ਉਹ ਆਮ ਵਰਤਦੇ ਸੀ। ਤੇ ਅਖੀਰ ਦੇ ਵਿੱਚ ਮੈਂ ਇਹੀ ਗੱਲ ਇੱਕ ਸਾਂਝੀ ਕਰਨੀ ਚਾਹਾਂਗੀ ਕਿ ਜਿਹੜੇ ਅਖਾਣ ਤੇ ਮੁਹਾਵਰੇ ਆ, ਇਹ ਕਿਸੇ ਸਮਾਜ ਦੀ ਲੋਕਧਾਰਾ ਦਾ ਉਹ ਪੱਖ ਹੁੰਦੇ ਆ ਜਿਹੜੇ ਸੰਬੰਧਿਤ ਸਮਾਜ ਦੀ ਬਣਤਰ, ਉਸ ਦੀ ਆਰਥਿਕ ਪ੍ਰਣਾਲੀ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਹਾਲਾਤਾਂ ਦੀ ਕਲਾਤਮਿਕ ਪੇਸ਼ਕਾਰੀ ਕਰਦੇ ਆ। ਹਾਲਾਤ ਉਸ ਪੇਸ਼ਕਾਰੀ ਕਰਦੇ ਨੇ, ਪਰਿਵਰਤਨ ਦੇ ਨਾਲ ਨਾਲ ਅਸਲ ਵਿੱਚ ਉਹ ਅਮਲ ਵਿੱਚ ਆਉਣ ਤੋਂ ਪੈਦਾ ਹੁੰਦੇ ਆ। ਅਖਾਣ ਮੁਹਾਵਰੇ ਜਿਹੜੀ ਸਾਡੀ ਠੋਸ ਜਾਣਕਾਰੀ ਆ ਉਸ ਸਮਾਜ ਦੀ, ਜਿਹੜੀ ਆ ਕਿਸੇ ਵੀ ਸਮਾਜ ਦੀ ਠੋਸ ਜਾਣਕਾਰੀ ਆ, ਉਹ ਸਾਨੂੰ ਅਖਾਣ ਮੁਹਾਵਰੇ ਹੀ ਦਿੰਦੇ ਹਨ। ਇਸੇ ਲਈ ਕਿਸੇ ਕੌਮ ਦੇ ਸੱਭਿਆਚਾਰ ਦਾ ਸਹੀ ਤਸਵੀਰ ਜਿਹੜੀ ਆ ਉਹ ਅਖਾਣ ਤੇ ਮੁਹਾਵਰਿਆਂ ਰਾਹੀਂ ਹੀ ਪੇਸ਼ ਹੁੰਦੀ ਆ। ਜਿਵੇਂ ਇੱਕ ਸੁਘੜ ਸੁਆਣੀ
ਇੱਕ ਚੌਲ ਟੋਹ ਕੇ ਬਾਕੀ ਚੌਲਾਂ ਦੀ ਹਾਲਤ ਦੱਸ ਦਿੰਦੀ ਆ। ਜਿਵੇਂ ਕੋਈ ਵਿਅਕਤੀ ਨਬਜ਼ ਟੋਹ ਕੇ ਵੈਦ ਜਿਹੜਾ ਵਾ ਉਹ ਕਿਸੇ ਮਰੀਜ਼ ਦੀਆਂ ਅੰਦਰਲੀਆਂ ਬਿਮਾਰੀਆਂ ਨੂੰ ਜਿਹੜਾ ਵਾ ਉਹ ਦੱਸ ਸਕਦਾ, ਇਵੇਂ ਹੀ ਸਾਡੀ ਮਾਤ ਭਾਸ਼ਾ ਦੀ ਬੋਲੀ ਦੇ ਵਿੱਚ ਜਿਹੜੇ ਅਖਾਣ ਤੇ ਮੁਹਾਵਰੇ ਆ ਉਹਨਾਂ ਰਾਹੀਂ ਸਾਡੀ ਸੱਭਿਅਤਾ, ਸਾਡੇ ਵਿਰਸੇ ਬਾਰੇ ਤੇ ਸਾਡੇ ਕਲਚਰ ਬਾਰੇ ਜਿਹੜੇ ਆ ਉਹ ਲੋਕਾਂ ਮਤਲਬ ਬਾਕੀ ਬਾਹਰਲੇ ਸਟੇਟਾਂ ਨੂੰ ਜਾਂ ਦੂਸਰੇ ਜਣੇ ਪੜ੍ਹਨ ਵਾਲੇ ਨੂੰ ਉਹ ਅੰਦਾਜ਼ਾ ਹੋ ਸਕਦਾ ਆ ਕਿ ਇਹ ਲੋਕ ਜਿਹੜੇ ਆ ਇਹ ਕਿਵੇਂ ਦੇ ਹੋਣਗੇ। ਮੁਹਾਵਰਿਆਂ ਤੋਂ ਹੀ ਅੰਦਾਜ਼ਾ ਸਾਡੀ ਜਿਹੜੀ ਸੱਭਿਅਤਾ ਵਾ, ਸੰਸਕ੍ਰਿਤੀ ਆ, ਉਹਦਾ ਲਗਾਇਆ ਜਾ ਸਕਦਾ ਵਾ। ਸੋ ਦੋਸਤੋ, ਮੈਨੂੰ ਬਹੁਤਾ ਤੇ ਬੋਲਣਾ ਨਹੀਂ ਆਉਂਦਾ। ਜਦ ਮੈਂ ਜਿੰਨਾ ਕੁ ਵੀ ਬੋਲਿਆ ਵਾ, ਹੋ ਸਕਦਾ ਵਾ ਤੁਹਾਨੂੰ ਉਹਦੇ ਵਿੱਚ ਗਲਤੀਆਂ ਵੀ ਮੇਰੀਆਂ ਕਈ ਸਾਹਮਣੇ ਆਈਆਂ ਹੋਣਗੀਆਂ। ਸੋ ਧੰਨਵਾਦ ਦੋਸਤੋ, ਤੁਸੀਂ ਮੈਨੂੰ ਸੁਣਿਆ ਤੇ ਆਪਣੇ ਕੀਮਤੀ ਵਿਚਾਰ ਜਿਹੜੇ ਦਿੱਤੇ ਆ ਉਹ ਹੁਣ ਮੈਂ ਤੁਹਾਡੇ ਜਾ ਕੇ ਕਮੈਂਟਸ ਦੇ ਵਿੱਚ ਦੇਖਾਂਗੀ ਕਿ ਮੈਂ ਕਿੰਨੀ ਕੁ ਕਾਮਯਾਬ ਹੋਈ ਆ ਆਪਣੇ ਵਿਸ਼ੇ 'ਤੇ। ਮੈਂ ਪਹਿਲੀ ਵਾਰ ਬੋਲਿਆ ਆ ਤੇ ਹੋ ਸਕਦਾ ਆ ਕਿ ਗਲਤੀਆਂ ਵੀ ਬਹੁਤ ਸਾਰੀਆਂ ਹੋਈਆਂ ਹੋਣਗੀਆਂ ਤੇ ਮੈਂ ਆਪ ਸਭ ਕੋਲੋਂ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।